Good afternoon, everyone. Welcome to ਢੀਂਡਸਾ ਕਲਾਸਿਸ YouTube ਚੈਨਲ। ਢੀਂਡਸਾ ਕਲਾਸਿਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦਾ ਜੋ ਆਪਣਾ ਟੌਪਿਕ ਹੈ, ਅੱਜ ਦੀ ਕਲਾਸ ਦੇ ਵਿੱਚ ਆਪਾਂ ਦੇਖਾਂਗੇ ਪਰਸੈਂਟੇਜ ਦੇ ਰਿਲੇਟਡ ਮੋਸਟ ਇੰਪੋਰਟੈਂਟ ਕੁਐਸਚਨਸ। ਜਿਵੇਂ ਕਿ ਪਰਸੈਂਟੇਜ ਦਾ ਪਾਰਟ 3 ਕਰਾਂਗੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ਼ਨ। ਪਰਸੈਂਟੇਜ ਦੇ ਜੋ ਬੇਸਿਕ ਸੀ ਤੇ ਬੇਸਿਕ ਦੇ ਰਿਲੇਟਡ ਜੋ ਵੀ ਕੁਐਸਚਨ ਬਣ ਸਕਦੇ ਸੀ ਉਹ ਆਪਾਂ ਕਲਾਸ ਫਸਟ ਤੇ ਸੈਕੰਡ ਦੇ ਵਿੱਚ ਦੇਖੇ ਸੀ। ਅੱਜ ਦੀ ਕਲਾਸ ਦੇ ਵਿੱਚ ਉਹਨੂੰ ਹੀ ਕੰਟੀਨਿਊ ਕਰਦੇ ਹੋਏ ਆਪਾਂ ਪਰਸੈਂਟੇਜ ਦੇ ਰਿਲੇਟਡ ਹੋਰ ਜਿੰਨੀਆਂ ਵੀ ਟਾਈਪਸ ਦੇ ਕੁਐਸਚਨ ਬਣ ਸਕਦੇ ਆ ਸਾਰਿਆਂ ਨੂੰ ਡਿਸਕਸ਼ਨ ਕਰਾਂਗੇ। ਪਰਸੈਂਟੇਜ ਦਾ ਪਾਰਟ 3 अगर तुसी पार्ट फस्ट ते सैकंड नहीं देखे जिहदे विच आपां सारा बेसिक कवर कीता सी तां तुसी साडे चैनल ते विच जाके रिकॉर्डेड प्लेलिस्ट दे विच जाके उन्हां नूं देख सकदे हो। अज दी क्लास दे विच आपां डिस्कशन करांगे परसेंटेज दे रिलेटेड मोस्ट इंपोर्टेंट क्वेश्चन जो प्रीवियस ईयर एग्जाम दे विच आए होए जां अगे आउण वाले एग्जाम दे विच आ सकदे। जिवें कि फस्ट क्वेश्चन देखो अज दी क्लास दा अपना, दी मंथली income of a person was rupees 13,500 and his monthly expenditure was rupees 9,000 next year his income is increased by 14% and expenditure by 7%. Find the percentage increase in his saving देखो क्वेश्चन दे विच देखो की कहंदा एग्जामिनर कहंदा कि मंथली इनकम आ किसी पर्सन दी किन्नी आ 13,500 आ एंड हिज मंथली एक्सपेंडिचर वाज रुपीज 9,000। हुण देखो किसी पर्सन दी सैलरी आ ओहदे विचों एक्सपेंडिचर दा मतलब की हो गया खर्च कर दिंदा है। कहंदा कि जिहड़ी ओहदी सेविंग की होगी, सेविंग दा मतलब जो ओहदे कोल बच जूगा ओहदी बचत। सेविंग की होगी इनकम माइनस एक्सपेंडिचर यानी कि जो भी ओहदी आमदन आ, इनकम दा मतलब आमदन होगी ਉਹਦੇ ਵਿੱਚੋਂ ਜੋ ਉਹ ਖਰਚ ਕਰ ਦੂਗਾ ਉਸ ਤੋਂ ਇਲਾਵਾ ਜੋ ਬਚੂ ਉਹਦੀ ਕੀ ਹੋਊਗੀ ਸੇਵਿੰਗ। ਹੁਣ ਆਪਾਂ ਨੂੰ ਇਨਕਮ ਗਿਵਨ ਆ ਕਿੰਨੀ ਆ 13,500 ਮਾਈਨਸ ਐਕਸਪੈਂਡੀਚਰ ਕਿੰਨਾ ਹੈ 9,000, ਆਪਣੀ ਸੇਵਿੰਗ ਕਿੰਨੀ ਹੋਗੀ 4,500 ਯਾਨੀ ਕਿ 4,500। ਸਭ ਤੋਂ ਪਹਿਲਾਂ ਆਪਾਂ ਇਹਨੂੰ ਦੇਖਾਂਗੇ ਬੇਸਿਕ ਮੈਥਡ ਨਾਲ, ਫਿਰ ਇਹਨੂੰ ਆਪਾਂ ਦੇਖਾਂਗੇ ਇਹਦੇ ਸ਼ਾਰਟ ਮੈਥਡ ਨਾਲ ਕਿਵੇਂ ਆਪਾਂ ਐਗਜ਼ਾਮ ਦੇ ਵਿੱਚ ਇਹਨੂੰ ਸੋਲਵ ਕਰਨਾ। ਦੇਖੋ ਕੀ ਹੁੰਦਾ ਇਹਦੇ ਵਿੱਚ। ਹੁਣ ਕੁਐਸਚਨ ਦੇ ਵਿੱਚ ਅੱਗੇ ਕੀ ਕਹਿੰਦਾ ਕਿ ਅਗਲੇ ਸਾਲ ਉਹਦੀ ਇਨਕਮ ਕੀ ਆ 14% ਨਾਲ ਵੱਧ ਜਾਂਦੀ ਹੈ ਤੇ ਉਹਦਾ ਐਕਸਪੈਂਡੀਚਰ 7% ਨਾਲ ਵੱਧ ਜਾਂਦਾ ਹੈ। ਤਾਂ ਦੱਸੋ ਬਈ ਸੇਵਿੰਗ ਤੇ ਕੀ ਇਫੈਕਟ ਪਊ, ਉਹਦੀ ਪਰਸੈਂਟੇਜ ਦੱਸਣੀ ਹੈ। ਹੁਣ ਦੇਖੋ ਇਨਕਮ ਆਪਾਂ ਨੂੰ ਪਤਾ ਹੈ, ਐਕਸਪੈਂਡੀਚਰ ਪਤਾ ਹੈ ਤੇ ਆਪਾਂ ਨੂੰ ਸੇਵਿੰਗ ਪਤਾ ਲੱਗ ਗਈ। ਇਹ ਗੱਲ ਕਰ ਰਹੇ ਆਪਾਂ ਫਸਟ ਈਅਰ ਦੀ, यानी कि पहले साल की गल कर रहे हैं। हुण अगले साल की कहंदा कि सैकेंड ईयर यानी कि नैक्सट ईयर जो दी इनकम आ 14% इनक्रीज हो जाती है
ਤੇ ਜੋ ਐਕਸਪੈਂਡੀਚਰ ਆ ਉਹ 7% ਨਾਲ ਇਨਕਰੀਜ਼ ਹੋ ਜਾਂਦਾ। ਇਹ ਕੰਡੀਸ਼ਨ। ਹੁਣ ਦੇਖੋ ਨਵੀਂ ਇਨਕਮ ਆਪਣੀ ਕਿੰਨੀ ਹੋਊਗੀ, ਪਹਿਲਾਂ ਕਿੰਨੀ ਸੀ 13,500 ਦਾ ਆਪਾਂ 14% ਇਨਕਰੀਜ਼ ਕਰਨਾ ਹੈ। 14% ਕੀ ਕਰਨਾ, ਇਨਕਰੀਜ਼ ਕਰਨਾ। ਹੁਣ ਇਹਨੂੰ ਆਪਾਂ ਸੋਲਵ ਕਰਾਂਗੇ, 00 ਨਾਲ 00 ਕੈਂਸਲ। ਹੁਣ ਆਪਣਾ ਕਹਿਣ ਦਾ ਮਤਲਬ 135 ਨੂੰ ਆਪਾਂ ਮਲਟੀਪਲਾਈ ਕਰਨਾ 14 ਨਾਲ, ਯਾਨੀ ਕਿ 40 ਨਾਲ। ਹੁਣ ਇਹਨੂੰ ਆਪਾਂ ਮਲਟੀਪਲਾਈ ਕਿਵੇਂ ਕਰਾਂਗੇ, ਜਦੋਂ ਵੀ ਯੂਨਿਟ ਡਿਜਿਟ ਆਪਣੇ ਕੋਲ 5 ਆ ਜਾਏ ਉਹਨੂੰ ਡਬਲ ਕਰ ਦੋ। ਡਬਲ ਕਿਵੇਂ ਕਰਾਂਗੇ, 135 ਇੰਟੂ 40 ਨੂੰ ਕੀ ਲਿਖ ਲਿਆ 2 ਇੰਟੂ 7 ਲਿਖ ਲਿਆ। ਹੁਣ 2 ਨੂੰ ਕੀ ਕਰਾਂਗੇ ਇਹਦੇ ਨਾਲ ਮਲਟੀਪਲਾਈ, ਕਿੰਨਾ ਹੋ ਜਾਊਗਾ 270 ਇੰਟੂ 7। ਹੁਣ ਆਪਾਂ ਨੂੰ ਮਲਟੀਪਲਾਈ ਕਰਨਾ ਕੀ ਈਜ਼ੀ ਹੋ ਜਾਊਗਾ, ਯਾਨੀ ਕਿ 0 7 7 ਜਾਂ 49 9 4 7 2 ਜਾਂ 14 और 4 18, ਯਾਨੀ ਕਿ ਇੰਨੀ ਹੋਰ ਇਨਕਰੀਜ਼ ਹੋ ਜਾਂਦੀ ਹੈ। ਪਹਿਲਾਂ ਕਿੰਨੀ ਸੀ 13,500, ਹੁਣ ਉਹਦੇ ਵਿੱਚ ਇਹ ਕੀ ਹੋ ਗਿਆ, ਇਨਕਰੀਮੈਂਟ ਹੋ ਗਿਆ। ਯਾਨੀ ਕਿ ਨਿਊ ਇਨਕਮ ਕਿੰਨੀ ਹੋਗੀ, ਨਿਊ ਇਨਕਮ ਕਿੰਨੀ ਹੋਗੀ 13,500 ਦਾ ਪਹਿਲਾ ਸੀ, ਉਹਦੇ ਵਿੱਚ ਇਨਕਰੀਮੈਂਟ ਕਿੰਨੇ ਦਾ ਆ ਗਿਆ 1890 ਰੁਪਏ ਦਾ, 1890 ਦਾ। ਯਾਨੀ ਕਿ 09 13 ਯਾਨੀ ਕਿ 15,390 ਕੀ ਹੋਗੀ ਉਹਦੀ ਨਵੀਂ ਇਨਕਮ ਹੋਗੀ। ਕੀ ਹੋਗੀ, ਨਵੀਂ ਇਨਕਮ। ਇਹ ਤਾਂ ਹੁਣ ਇਨਕਮ ਬਾਰੇ। ਐਕਸਪੈਂਡੀਚਰ ਵੀ ਤਾਂ ਇਨਕਰੀਜ਼ ਹੋਇਆ, ਕਿੰਨਾ ਹੋਇਆ 7% ਤੋਂ। ਨਵੀਂ ਇਨਕਮ ਆਪਣੀ ਕਿੰਨੀ ਸੀ, ਨਿਊ ਇਨਕਮ आई सी अपनी 270 इंटू 7, यानी कि 13,500 पहला सी अपनी 1890 होर ਉਹਦੇ ਵਿੱਚ ਐਡ ਹੋ ਗਈ ਸੀ, ਕਿੰਨੀ ਹੋ ਗਈ ਸੀ ਆਪਣੀ 093, यानी कि 15,390। ਇਹ ਕੀ ਹੋ ਗਈ ਆਪਣੀ ਨਵੀਂ ਇਨਕਮ, यानी कि 15,390। ਹੁਣ ਕਹਿੰਦਾ ਕਿ ਐਕਸਪੈਂਡੀਚਰ ਵੀ ਇਨਕਰੀਜ਼ ਹੋ ਰਿਹਾ ਹੈ। ਐਕਸਪੈਂਡੀਚਰ ਆਪਣਾ ਕਿੰਨਾ ਸੀ ਪਹਿਲਾਂ 9,000, ਉਹਦੇ ਵਿੱਚ ਕੀ ਹੋ ਗਿਆ 7% ਦਾ ਇਨਕਰੀਮੈਂਟ ਹੋ ਗਿਆ, ਯਾਨੀ ਕਿ 9,000 ਦਾ ਆਪਾਂ ਕੀ ਕੱਢਣਾ 7%, 9,000 ਦਾ 7%। 00 ਨਾਲ 00 ਕੈਂਸਲ, ਯਾਨੀ ਕਿ 630। ਇਹ ਕੀ ਹੋ ਗਿਆ, ਇਨਕਰੀਜ਼ ਹੋ ਗਿਆ। ਨਵਾਂ ਐਕਸਪੈਂਡੀਚਰ ਕਿੰਨਾ ਆਊਗਾ 9,000 ਪਹਿਲਾ ਸੀ, ਉਹਦੇ ਵਿੱਚ 630 ਹੋਰ ਐਡ ਹੋ ਗਿਆ, ਯਾਨੀ ਕਿ 9630 ਆਪਣਾ ਐਕਸਪੈਂਡੀਚਰ ਹੋ ਗਿਆ। ਹੁਣ ਆਪਣੀ ਨਵੀਂ ਸੇਵਿੰਗ ਕੀ ਹੋਊਗੀ, ਇਨਕਮ ਮਾਈਨਸ ਐਕਸਪੈਂਡੀਚਰ। ਇਨਕਮ ਕਿੰਨੀ ਆ 15,390 ਮਾਈਨਸ 9630। ਹੁਣ ਇਹਨੂੰ ਆਪਾਂ ਮਾਈਨਸ ਕਰ ਦਾਂਗੇ, ਆਪਾਂ ਨੂੰ ਕੀ ਮਿਲ ਜੂ, ਨਿਊ ਸੇਵਿੰਗ ਮਿਲ ਜੂ। ਨਿਊ ਸੇਵਿੰਗ 0675। ਇਹ ਕੀ ਹੋ ਜੂ ਆਪਣੀ ਨਵੀਂ ਇਨਕਮ ਹੋਗੀ। ਕੀ ਹੋਗੀ, ਨਵੀਂ ਇਨਕਮ, ਯਾਨੀ कि ਇਨਕਮ ਨਵੀਂ ਸੇਵਿੰਗ ਹੋਗੀ ਇਨਕਮ ਮਾਈਨਸ ਐਕਸਪੈਂਡੀਚਰ। ਇਹਨੂੰ ਮਾਈਨਸ ਕੀਤਾ 0 ਨੂੰ 0 ਆ ਜਾਊਗਾ, 9 ਮਾਈਨਸ 3 6, 13 ਮਾਈਨਸ 6 7, 14 ਮਾਈਨਸ 9 5, ਯਾਨੀ कि ਆਪਣੀ ਕੀ ਹੋਗੀ ਨਿਊ। ਹੁਣ ਦੇਖੋ ਆਪਣੀ 올ਡ ਸੇਵਿੰਗ ਕੀ ਸੀ 4,500, ਕੀ ਸੀ 4,500, ਯਾਨੀ कि ਕਿੰਨੇ ਪਰਸੈਂਟ ਦਾ ਇਨਕਰੀਮੈਂਟ ਹੋਇਆ ਆਪਾਂ ਉਹ ਦੇਖਣਾ, ਕਿੰਨੇ ਪਰਸੈਂਟ ਦਾ ਇਨਕਰੀਮੈਂਟ ਹੋਇਆ ਆਪਾਂ ਉਹ ਚੈੱਕ ਕਰਨਾ। ਯਾਨੀ कि ਨਿਊ ਸੇਵਿੰਗ ਆਪਣੀ ਕਿੰਨੀ ਹੋਊਗੀ 57604500, ਯਾਨੀ कि 062। ਹੁਣ ਇਹ ਕੀ ਹੋਇਆ, ਇਨਕਰੀਮੈਂਟ ਹੋਇਆ। ਕਿਹਦੇ ਤੇ ਹੋਊਗਾ, ਦੇਖੋ ਕਿਹਦੇ ਤੇ ਹੋਊਗਾ, ਆਪਾਂ ਸੇਵਿੰਗ ਦੀ ਪਰਸੈਂਟੇਜ ਦੱਸਣੀ ਹੈ ਵੀ ਕਿੰਨੇ ਪਰਸੈਂਟ ਇਨਕਰੀਮੈਂਟ ਹੋਇਆ, ਉਹਦੇ ਤੇ ਕੀ ਇਫੈਕਟ ਪਿਆ। ਹੁਣ 1260 ਇਨਕਰੀਜ਼ ਹੋ ਗਈ, ਕਿਹਦੇ ਤੇ ਹੋਈ ओरिजिनल वैल्यू ਤੇ ਬਾਈ ਚ ਹਮੇਸ਼ਾ ਕੀ ਹੁੰਦੀ ओरिजिनल वैल्यू, ਯਾਨੀ कि इनटू 100%। ਆਪਾਂ ਇਹਨੂੰ ਸੋਲਵ ਕਰਾਂਗੇ, ਆਪਣਾ ਕੀ ਆ ਜਾਊਗਾ ਆਨਸਰ ਆ ਜਾਊਗਾ। ਇਹ ਤੇ ਇਹਦਾ ਕਨਸੈਪਚੁਅਲ ਵੇ ਸੀ। ਹੁਣ ਇਹਨੂੰ ਆਪਾਂ ਸ਼ੋਰਟ ਦੇ ਵਿੱਚ ਕਿਵੇਂ ਕਰਾਂਗੇ ਆਪਾਂ ਉਹ ਵੀ ਦੇਖਦੇ ਹਾਂ। ਹੁਣ ਇਹਨੂੰ ਆਪਾਂ ਦੇਖਾਂਗੇ ਸ਼ੋਰਟ ਦੇ ਵਿੱਚ। ਇਸ ਟਾਈਪ ਦੇ ਕੁਐਸਚਨ ਨੂੰ ਆਪਾਂ ਸ਼ੋਰਟ ਦੇ ਵਿੱਚ ਕਿਵੇਂ ਕਰ ਸਕਦੇ ਹਾਂ।
ਹੁਣ ਕੁਐਸਚਨ ਦੇ ਵਿੱਚ ਕੀ ਕਹਿੰਦਾ ਸੀ, ਕਹਿੰਦਾ ਕਿ ਇੱਕ ਪਰਸਨ ਆ, ਉਹਦੀ ਇਨਕਮ ਆਪਾਂ ਨੂੰ ਗਿਵਨ ਆ 13,500, ਐਕਸਪੈਂਡੀਚਰ ਗਿਵਨ ਆ ਕਿੰਨਾ 9,000, सेविंग अपनी की आ जूगी एक्सपेंडिचर इनकम माइनस एक्सपेंडिचर यानी कि 4,500। हुण ये देखो एग्जाम दे विच आया क्वेश्चन आ, इहदे विच की बन रहा, रेशो बन रही है यानी कि 1:2:3 की बन रहा है 1:2:3 यानी कि इनकम रेशो एक्सपेंडिचर रेशो सेविंग अपनी की बन रही है 3:2:1 ये बन रही है। यानी कि अगर इनकम 3 रुपए आ, ਉਹਦੇ ਵਿੱਚ ਖਰਚ ਕਿੰਨਾ ਆਪਣਾ 2 रुपए, सेविंग ऑटोमैटिकली की बच जूगी 1 रुपए। ਹੁਣ ਇਹਨੂੰ ਆਪਾਂ ਕੀ ਕਰਾਂਗੇ, ਸੋਲਵ ਕਿਵੇਂ ਕਰਾਂਗੇ, ਆਪਾਂ ਇਹਦੇ ਨਾਲ ਡਬਲ ਜ਼ੀਰੋ ਲਾ ਦੇਣੇ, ਕਿਉਂਕਿ ਆਪਾਂ ਕੀ ਫਾਈਂਡ ਕਰਨੀ ਹੈ, ਪਰਸੈਂਟੇਜ। ਜਦੋਂ ਆਪਾਂ 3 ਦਾ 14% ਫਾਈਂਡ ਕਰਾਂਗੇ ਆਪਣਾ ਕੀ ਹੋਊਗਾ, ਪੁਆਇੰਟਸ ਦੇ ਵਿੱਚ ਆਊਗਾ। ਹੁਣ ਰੇਸ਼ੋ ਦੇ ਵਿੱਚ जिन्ने भी नंबर ने उन्होंने आप सेम नंबर नाल मल्टीप्लाई करिए या सेम नंबर नाल डिवाइड करिए, रेशियो ते कोई इफेक्ट नहीं पैंदा। हुण आपां इन्हां नाल डबल जीरो लाती। हुण देखो पहला इनकम कितनी सी 300, एक्सपेंडिचर 200, सेविंग कितना हो जाऊगा अपना 100। हुण कहंदा कि जो इनकम आ 14% तो इनक्रीज हो जाती है, यानी कि 300 पहला सी, इहदा 14% कितना होगा, 14% होगा 42, यानी कि नवी इनकम कितनी होगी 342। बट कहना जो एक्सपेंडिचर आ वो भी 7% नाल इनक्रीज हो गया, यानी कि 200 का 7% कितना होगा 14, एक्सपेंडिचर कितना हो गया 214। हुण इहनूं माइनस करांगे कितना आ जाऊगा 128। हुण देखो आपां नूं इस तरीके नाल जो क्वेश्चन आ करना सोल्व हो गया, इहदे विच कैलकुलेशन भी घट आ। देखो कोई सेविंग पहला 100 रुपए सी, हुण कितनी हो गई 128, किन्ने दा इंक्रीमेंट आया 28 दा, किहदे ते आया 100 ते। हुण 100 दे विद रिस्पेक्ट टू की हुंदा है, वो परसेंटेज उन्नी ही हुंदी है, यानी कि 28 दा इंक्रीमेंट आया किहदे ते 100 ते। 100 दे विद रिस्पेक्ट टू की हुंदा है, 100 नाल आपां मल्टीप्लाई कर दांगे 100 नाल ही, यानी कि अपना आंसर कितना आऊगा 28%। ਜਦੋਂ भी इस टाइप का क्वेश्चन अपने को आ जाए, आप की करनी है रेशो बना लैनी, ਉਹਦੀ रेशो बना के आप की कीता डबल जीरो नाल मल्टीप्लाई करता, क्योंकि रेशो ਦੇ ਵਿੱਚ अगर आप जिन्ने भी नंबर्स आ ਉਹਨਾਂ ਨੂੰ सेम नंबर नाल मल्टीप्लाई करिए ਜਾਂ डिवाइड करिए, रेशो ਤੇ ਕੋਈ इफेक्ट नहीं पैंदा। ਹੁਣ ਦੇਖੋ ਇਹ ਸੀ ਇਹਦਾ ਸ਼ਾਰਟਕਟ, एग्जाम ਦੇ ਵਿੱਚ ਆਇਆ ਹੋਇਆ क्वेश्चन ਆ, मोस्ट इंपोर्टेंट क्वेश्चन ਆ। ਇਹਦੇ ਵਿੱਚ ਹੁਣ ਆਪਾਂ ਦੇਖਿਆ ਵੀ ਚੀਜ਼ਾਂ ਕੀ ਹੁੰਦੀਆਂ ਇੱਕ ਦੂਜੇ ਲਈ ਬਣੀਆਂ ਹੁੰਦੀਆਂ ਨੇ। ਨੈਕਸਟ ਟਾਈਪ ਦਾ क्वेश्चन ਦੇਖਦੇ ਹਾਂ ਜੋ ਪਰਸੈਂਟੇਜ ਦੇ ਵਿੱਚ ਪੁੱਛਿਆ ਜਾਂਦਾ ਹੈ। नेक्स्ट टाइप जो अपना होता है पॉपुलेशन बेस्ड। नेक्स्ट टाइप है जो पॉपुलेशन बेस्ड, क्वेश्चन आंदा ही हुंदा एग्जाम दे विच, पॉपुलेशन बेस्ड। फर्स्ट क्वेश्चन देखो इहदे विच, दी प्रेजेंट पॉपुलेशन the present population of a village is 5500 if the number of males increases by 11%, and the number of females is increases by 20%, then find the population
of females in village ਇਹ ਕੁਐਸਚਨ ਆ। ਇਹਦੇ ਵਿੱਚ ਕੀ ਕਹਿੰਦਾ ਦੇਖੋ, ਕਹਿੰਦਾ ਕਿ ਜਿਹੜੀ ਪ੍ਰੈਜ਼ੈਂਟ ਪੋਪੂਲੇਸ਼ਨ ਜਨਸੰਖਿਆ ਕਹਿੰਦਾ ਜਿਹੜੀ ਹੁੰਦੀ ਆ ਕਿਸੇ ਵਿਲੇਜ ਦੀ, ਕਹਿੰਦਾ ਕਿ ਕਿੰਨੀ ਆ ਟੋਟਲ 5500 ਆ, ਯਾਨੀ ਕਿ 5500 ਆ। ਇਫ ਦੀ ਨੰਬਰ ਆਫ ਮੇਲਸ, ਕਹਿੰਦਾ ਜੇਕਰ ਨੰਬਰ ਆਫ ਮੇਲਸ ਇਨਕਰੀਜ਼ ਹੋ ਜਾਣ 11% ਤੇ ਨੰਬਰ ਆਫ ਫੀਮੇਲਸ ਇਨਕਰੀਜ਼ ਹੋ ਜਾਣ 20%, ਤਾਂ ਦੱਸੋ ਵੀ ਫੀਮੇਲਸ ਕਿੰਨੀਆਂ ਹੋਣਗੀਆਂ ਵਿਲੇਜ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਦੇਖੋ ਇਸ ਟਾਈਪ ਦੇ ਕੁਐਸਚਨ ਦੇ ਵਿੱਚ ਹੁਣ ਆਪਾਂ ਨੂੰ ਪਹਿਲਾਂ ਵਾਲੇ ਨੰਬਰ ਤੇ ਫੀਮੇਲ ਆਪਾਂ ਨੂੰ ਲੈਟ ਕਰਨੇ ਪੈਣੇ, ਕਿਉਂਕਿ ਆਪਾਂ ਫਿਰ ਹੀ ਉਹਨਾਂ ਨੂੰ ਇਨਕਰੀਜ਼ ਕਰ ਸਕਦੇ। ਆਪਾਂ ਕਿਵੇਂ ਕਰਾਂਗੇ, ਆਪਾਂ ਲੈਟ ਕਰ ਲੈਣੇ ਇਹਨਾਂ ਨੂੰ। ਲੈਟ ਦੀ ਨੰਬਰ ਆਫ ਮੇਲਸ ਆਪਾਂ ਲੈਟ ਕਰ ਲਿਆ ਕਿ ਨੰਬਰ ਆਫ ਮੇਲਸ ਆ ਕਿਸੇ ਵਿਲੇਜ ਦੇ ਵਿੱਚ x ਆ। ਹੁਣ ਦੇਖੋ ਟੋਟਲ ਪੋਪੂਲੇਸ਼ਨ ਕਿੰਨੀ ਆ 5500, ਜਿਹਦੇ ਵਿੱਚ ਮੇਲ ਤੇ ਫੀਮੇਲ ਨੇ। ਅਗਰ ਮੇਲ x ਆ ਤੇ ਫੀਮੇਲ ਆਟੋਮੈਟਿਕਲੀ ਕੀ ਹੋ ਜਾਣਗੀਆਂ, ਜੋ 5500 ਤੋਂ ਆਪਾਂ 5500 ਕੀ ਸੀ ਆਪਣੀ ਟੋਟਲ ਪੋਪੂਲੇਸ਼ਨ, ਉਹਦੇ ਵਿੱਚੋਂ ਆਪਾਂ ਮੈਨ ਮਾਈਨਸ ਕਰ ਦਈਏ ਤਾਂ ਆਪਣੇ ਕੀ ਹੋ ਜਾਣਗੇ, ਫੀਮੇਲਸ ਹੋ ਜਾਣਗੇ। ਹੁਣ ਇਹਨੂੰ ਕਿਵੇਂ ਸੋਲਵ ਕਰਾਂਗੇ, ਦੇਖੋ ਅਕੋਰਡਿੰਗ ਟੂ ਕੁਐਸਚਨ ਕਹਿੰਦਾ ਕਿ ਜਿਹੜੇ ਮੇਲ ਆ ਉਹ ਤਾਂ 11% ਇਨਕਰੀਜ਼ ਹੁੰਦੇ ਨੇ, ਬਟ ਜਿਹੜੀਆਂ ਫੀਮੇਲਸ ਉਹ ਕਿੰਨੀਆਂ ਹੋ ਜਾਂਦੀਆਂ 20% ਇਨਕਰੀਜ਼ ਹੋ ਜਾਂਦੀਆਂ। ਹੁਣ ਆਪਾਂ ਦੇਖਿਆ ਸੀ ਕਿ ਕੋਈ ਵੀ ਚੀਜ਼ ਜੋ ਪਰਸੈਂਟੇਜ ਦੀ ਫਸਟ ਕਲਾਸ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਪਰਸੈਂਟੇਜ ਕੋਈ ਵੀ ਨੰਬਰ ਆਪਣੇ ਆਪ ਚ ਕੀ ਹੁੰਦਾ 100% ਹੁੰਦਾ। ਹੁਣ ਦੇਖੋ ਜਿਹੜੇ ਇਹ ਮੇਲ ਆਪਾਂ ਐਕਸ ਲੈਟ ਕੀਤੇ ਇਹ ਵੀ ਕੀ ਹੋਣਗੇ ਆਪਦੇ ਆਪ ਚ 100%, ਫੀਮੇਲ ਵੀ ਕੀ ਹੋਣਗੀਆਂ ਆਪਣੇ ਆਪ ਚ 100%। ਹੁਣ ਦੇਖੋ 11% ਇਨਕਰੀਜ਼ ਹੋ ਗਏ, ਯਾਨੀ ਕਿ ਹੁਣ ਮੇਲਸ ਕਿੰਨੇ ਹੋ ਜਾਣਗੇ 111% ਕਿਹਦਾ, ਐਕਸ ਦਾ। ਇਸੇ ਤਰੀਕੇ ਨਾਲ ਫੀਮੇਲਸ ਕਿੰਨੀਆਂ ਹੋ ਜਾਣਗੀਆਂ 120% of 5500 minus x is equal to 6330। ਉਸ ਤੋਂ ਬਾਅਦ ਕੀ ਕਹਿੰਦਾ ਕਿ ਹੁਣ ਇਹਨੂੰ ਆਪਾਂ ਸੋਲਵ ਕਰਾਂਗੇ। 111% ਦਾ ਸਾਈਨ ਹਟਾ ਕੇ ਅਪੋਨ 100 of x plus 120% ਦਾ ਸਾਈਨ ਹਟਾ ਕੇ ਅਪੋਨ 100 into 5500 minus x is equal to 6330। ਹੁਣ ਇਸ ਤਰੀਕੇ ਨਾਲ ਆ ਜਾਊਗਾ। ਹੁਣ ਦੇਖੋ ਕੀ ਹੁੰਦਾ ਇਸ ਟਾਈਪ ਦੇ ਕੁਐਸਚਨ ਦੇ ਵਿੱਚ, ਹੁਣ ਇਹਨੂੰ ਆਪਾਂ ਨੂੰ ਕੈਲਕੂਲੇਟ ਕਰਨਾ ਪੈਣਾ। ਕੀ ਕਰਨਾ ਪੈਣਾ, ਕੈਲਕੂਲੇਟ, ਯਾਨੀ ਕਿ ਆਪਾਂ ਨੂੰ ਇੱਥੋਂ x ਦੀ ਵੈਲਿਊ ਮਿਲ ਜੂਗੀ। ਹੁਣ ਇਸ ਟਾਈਪ ਦੇ ਕੁਐਸਚਨ ਦੇ ਵਿੱਚ ਦੇਖੋ ਸਾਰੀ ਕੈਲਕੂਲੇਸ਼ਨ ਆ। ਹੁਣ ਪਹਿਲਾਂ ਆਪਾਂ 120 ਨੂੰ ਕੀ ਕਰਾਂਗੇ 5500 ਨਾਲ ਮਲਟੀਪਲਾਈ, ਫਿਰ ਕੀ ਕਰਾਂਗੇ x ਨਾਲ ਮਲਟੀਪਲਾਈ, ਜੋ ਵੀ ਆਊਗਾ x ਵਾਲੇ ਇੱਕ ਸਾਈਡ ਤੇ ਆ ਜਾਣਗੇ, ਜੋ ਆਪਣੇ ਵੇਰੀਏਬਲ ਜੋ ਆਪਣੇ ਕਨਸਟੈਂਟ ਆ ਉਹ ਇੱਕ ਸਾਈਡ ਤੇ ਆ ਜਾਣਗੇ। ਇਸ ਤਰੀਕੇ ਨਾਲ x ਦੀ ਆਪਾਂ ਨੂੰ ਕੋਈ ਵੈਲਿਊ ਮਿਲ ਜੂਗੀ। ਉਸ ਤੋਂ ਬਾਅਦ ਕੀ ਹੋਊਗਾ, ਆਪਾਂ ਨੰਬਰ ਆਫ ਫੀਮੇਲਸ ਕੀ ਕਰ ਸਕਦੇ, ਫਾਈਂਡ ਕਰ ਸਕਦੇ। ਬਟ ਐਗਜ਼ਾਮ ਦੇ ਵਿੱਚ ਇਸ ਟਾਈਪ ਦੇ ਕੁਐਸਚਨ ਨੂੰ ਕੀ ਕਰਨਾ, ਜਿਹਦੇ ਵਿੱਚ ਆਪਾਂ ਕੈਲਕੂਲੇਸ਼ਨ ਨੂੰ ਘਟਾ ਸਕੀਏ। ਹੁਣ ਆਪਾਂ ਉਹ ਮੈਥਡ ਦੇਖਦੇ ਹਾਂ ਜਿਹਨੂੰ ਆਪਾਂ ਐਲੀਗੇਸ਼ਨ ਦਾ ਨਾਮ ਦਿੰਦੇ ਹਾਂ। ਹੁਣ ਐਲੀਗੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਨੂੰ ਦੋ ਕੁਆਂਟੀਟੀਜ਼ ਇਨਕਰੀਜ਼ ਹੋ ਰਹੀਆਂ ਨੇ ਤੇ ਉਹਨਾਂ ਦਾ ਜੋ ਇਕੱਠਾ ਇਨਕਰੀਮੈਂਟ ਹੋਊਗਾ ਉਹਦੇ ਬਾਰੇ ਦੱਸਿਆ ਹੋਵੇ। ਜਿਵੇਂ ਕਿ ਇਹਦੇ ਵਿੱਚ ਮੇਲ ਇਨਕਰੀਮੈਂਟ ਹੋ ਰਹੇ ਸੀ, ਉਸ ਤੋਂ ਬਾਅਦ ਕੀ ਹੋ ਰਿਹਾ ਸੀ, ਫੀਮੇਲ ਇਨਕਰੀਮੈਂਟ ਹੋ ਰਹੇ ਸੀ। ਬਟ ਅਸਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੋ ਪਾਪੂਲੇਸ਼ਨ ਹੈ ਇੰਨੀ ਇਨਕਰੀਮੈਂਟ ਹੋ ਰਹੀ ਹੈ। ਦੇਖੋ ਕੀ ਹੁੰਦਾ ਹੈ ਐਲੀਗੇਸ਼ਨ ਦੇ ਵਿੱਚ ਕੀ ਹੋਊਗਾ, ਐਲੀਗੇਸ਼ਨ ਹੁਣ ਦੇਖੋ ਮੇਲ ਤੇ ਫੀਮੇਲਸ ਦੋਨੋਂ ਇਨਕਰੀਜ਼ ਹੋ ਰਹੇ ਨੇ। ਮੇਲਸ ਹੋ ਰਹੇ ਨੇ 11%, ਫੀਮੇਲਸ ਹੋ ਰਹੀਆਂ 20%। ਬਟ ਉਹਨੇ ਕੁਐਸਚਨ ਦੇ ਵਿੱਚ ਵੀ ਕੀ ਕਿਹਾ, ਕਹਿੰਦਾ ਕਿ ਜਿਹੜੀ ਪਾਪੂਲੇਸ਼ਨ ਪਹਿਲਾਂ ਸੀ ਪ੍ਰੈਜ਼ੈਂਟ ਉਹ ਕਿੰਨੀ ਸੀ 5500। ਇਨਕਰੀਮੈਂਟ ਹੋਣ ਤੋਂ ਬਾਅਦ ਜੋ ਪਾਪੂਲੇਸ਼ਨ ਆ, ਯਾਨੀ ਕਿ ਨਾਓ ਆਫਟਰ ਇਨਕਰੀਮੈਂਟ, ਯਾਨੀ ਕਿ ਇਨਕਰੀਜ਼ ਹੋਣ ਤੋਂ ਬਾਅਦ ਪਾਪੂਲੇਸ਼ਨ ਕਿੰਨੀ ਆ 6330। ਹੁਣ ਪਹਿਲਾ ਪਾਪੂਲੇਸ਼ਨ ਇੰਨੀ ਸੀ, ਜੋ ਪਾਪੂਲੇਸ਼ਨ ਇਨਕਰੀਜ਼ ਹੋਈ ਕਿਹਦੇ ਕਾਰਨ ਹੋਈ, ਜੋ ਮੇਲ ਤੇ ਫੀਮੇਲ ਇਨਕਰੀਮੈਂਟ ਹੋਇਆ। ਹੁਣ ਕਿੰਨੇ ਦਾ ਇਨਕਰੀਮੈਂਟ ਹੋਇਆ 830 ਦਾ, ਕਿਹਦੇ ਤੇ ਹੋਇਆ 5500 ਤੇ ਇਨਟੂ 100, ਯਾਨੀ ਕਿ ਓਵਰਆਲ ਕਿੰਨਾ ਚੇਂਜ ਹੋਇਆ ਆਪਾਂ ਇਹਨੂੰ ਸੋਲਵ ਕਰਾਂਗੇ, ਇਹ ਹੋਊਗਾ 166 upon 11% ਦਾ। ਆਪਾਂ ਹਮੇਸ਼ਾ
ਬਿਟਵੀਨ ਕੀ ਲਿਖਦੇ ਹੁੰਦੇ ਆ, ਜੋ ਇਹਨਾਂ ਦੇ ਵਿੱਚ ਓਵਰਆਲ ਚੇਂਜ ਹੋਇਆ। ਓਵਰਆਲ ਚੇਂਜ ਕਿਵੇਂ ਹੋਇਆ, ਪਹਿਲਾਂ ਪਾਪੂਲੇਸ਼ਨ ਇੰਨੀ ਸੀ, ਹੁਣ ਪਾਪੂਲੇਸ਼ਨ ਕਿੰਨੀ ਹੋ ਗਈ, ਇਹ ਸੀ। ਯਾਨੀ ਕਿ ਕਿੰਨੇ ਦਾ ਇਨਕਰੀਮੈਂਟ ਹੋਇਆ, 830 ਦਾ। ਕਿਹਦੇ ਤੋਂ ਹੋਇਆ, ओरिजिनल ਵੈਲਿਊ ਤੇ, ਯਾਨੀ ਕਿ ਇਹ ਇਨਕਰੀਮੈਂਟ ਹੋ ਗਿਆ। ਹੁਣ ਇਹਨੂੰ ਆਪਾਂ ਸੋਲਵ ਕਰਾਂਗੇ। ਹੁਣ ਜਦੋਂ ਵੀ ਆਪਣੇ ਜੋ ਰੇਸ਼ੋ ਆ ਅਪੋਨ ਚ ਆ ਜੇ, ਉਹਨੂੰ ਆਪਾਂ ਸੋਲਵ ਕਰਨ ਲਈ ਕੀ ਕਰਦੇ ਹੁੰਦੇ, ਹੁਣ ਮੈਂ ਇਹਨੂੰ 11 ਨਾਲ ਮਲਟੀਪਲਾਈ ਕਰਦਾ, ਅਗਰ 11 ਨਾਲ 11 ਕੈਂਸਲ ਹੋ ਜੂ। ਅਗਰ ਇਹਨੂੰ 11 ਨਾਲ ਕੀਤਾ, ਆਪਾਂ ਨੂੰ ਇਹਨੂੰ ਵੀ 11 ਨਾਲ ਕਰਨਾ ਪਊ ਤੇ ਇਸ ਨੂੰ ਵੀ 11 ਨਾਲ ਮਲਟੀਪਲਾਈ ਕਰਨਾ ਪਊ। ਹੁਣ ਇਹ ਕੀ ਬਣ ਜੂਗਾ, ਦੇਖੋ 11 ਨੂੰ 11 ਨਾਲ ਮਲਟੀਪਲਾਈ ਕੀਤਾ, ਯਾਨੀ ਕਿ 11 ਦਾ ਸਕੁਅਰ 121। 11 ਨੂੰ 20 ਨਾਲ ਕੀਤਾ, ਯਾਨੀ ਕਿ 220। ਬਿਟਵੀਨ ਆਪਣਾ ਕੀ ਆ, 166। ਹੁਣ ਇਹਨੂੰ ਆਪਾਂ ਸੋਲਵ ਕਰਾਂਗੇ। ਇਹ ਆਊਗਾ ਆਪਣਾ 5 ਔਰ 4 45। ਇਹ ਆਪਣਾ ਕਿੰਨਾ ਆਊਗਾ, 54। ਇਹ ਕੀ ਹੈ ਰੇਸ਼ੋ ਦੇ ਵਿੱਚ, 96 ਜਾ 54, 95 ਜਾ 45। ਹੁਣ ਇਹ ਕੀ ਆ, ਆਪਾਂ ਇਹਨੂੰ 6x ਸਿਲੈਕਟ ਕਰ ਲੈਣੇ, ਇਹਨੂੰ 5x। x ਕੀ ਆ, ਵੇਰੀਏਬਲ, ਯਾਨੀ ਕਿ 6x ਮੇਲ ਆ ਤੇ 5x ਕੀ ਆ, ਫੀਮੇਲ ਆ। ਹੁਣ ਟੋਟਲ ਕੀ ਹੋ ਗਏ, 11x। ਟੋਟਲ ਕੀ ਹੋ ਗਏ, 11x। ਬਟ ਅਸਲ ਦੇ ਵਿੱਚ 11x ਬਰਾਬਰ ਕਿਹਦੇ ਆ, 5500 ਦੇ। x ਦੀ ਵੈਲਿਊ ਆਪਾਂ ਨੂੰ ਕਿੰਨੀ ਮਿਲ ਜੂਗੀ, 500। x ਦੀ ਵੈਲਿਊ ਕਿੰਨੀ ਮਿਲ ਜੂਗੀ, 500। ਹੁਣ ਇੱਥੋਂ ਆਪਾਂ ਕੋਈ ਵੀ ਚੀਜ਼ ਇਜ਼ੀਲੀ ਫਾਈਂਡ ਕਰ ਸਕਦੇ ਆ। 6 x, x ਦੀ ਵੈਲਿਊ ਕਿੰਨੀ ਆ, 500, ਯਾਨੀ ਕਿ ਮੇਲ ਕਿੰਨੇ ਨੇ, 3000। ਇਸੇ ਤਰ੍ਹਾਂ ਮੇਲ ਫੀਮੇਲ ਕਿੰਨੀਆਂ ਹੋ ਜਾਣਗੀਆਂ, 2500। ਹੁਣ ਇਹਨਾਂ ਨੂੰ ਟੋਟਲ ਕਰਕੇ ਦੇਖ ਲਓ, ਆਪਣਾ ਕਿੰਨਾ ਆ ਰਿਹਾ, 5500। ਜਦੋਂ ਵੀ ਇਸ ਟਾਈਪ ਦਾ ਕੁਐਸਚਨ ਆਵੇ, ਆਪਾਂ ਇਹਨੂੰ ਕਨਸੈਪਚੁਅਲ ਵੇ ਨਾਲ ਨਹੀਂ ਕਰਨਾ, ਆਪਾਂ ਕਨਸੈਪਚੁਅਲ ਵੇ ਨਾਲ ਵੀ ਕਰਕੇ ਦੇਖਿਆ। ਉਹਦੇ ਵਿੱਚ ਕੀ ਸੀ, ਕੈਲਕੂਲੇਸ਼ਨ ਆਪਣੇ ਬਹੁਤ ਵਾਸਟ ਹੋ ਰਹੀ ਸੀ। ਹੁਣ ਐਲੀਗੇਸ਼ਨ ਮੈਥਡ ਨਾਲ ਆਪਾਂ ਇਸ ਕੈਲਕੂਲੇਸ਼ਨ ਨੂੰ ਬਹੁਤ ਹੀ ਈਜ਼ੀ ਬਣਾ ਸਕਦੇ ਹਾਂ। ਨੈਕਸਟ ਟਾਈਪ ਦਾ ਕੁਐਸਚਨ ਦੇਖਦੇ ਹਾਂ, ਇਹਦੇ ਵਿੱਚ ਪਾਪੂਲੇਸ਼ਨ ਦੇ ਵਿੱਚ ਹੀ। ਦੀ ਪਾਪੂਲੇਸ਼ਨ ਆਫ ਅ ਵਿਲੇਜ has increased annually at the rate of 25%, if at the end of 3 years it is 10,000, then the population in the beginning was। ਹੁਣ ਕੀ ਕਹਿੰਦਾ ਇਸ ਟਾਈਪ ਦੇ ਕੁਐਸਚਨ ਦੇ ਵਿੱਚ, ਕਹਿੰਦਾ ਪਾਪੂਲੇਸ਼ਨ ਆ ਕਿਸੇ ਵਿਲੇਜ ਦੀ, ਜਨਸੰਖਿਆ ਸੀ ਕਿਸੇ ਵਿਲੇਜ ਦੀ, ਜੋ ਇਨਕਰੀਜ਼ ਹੋ ਰਹੀ ਆ ਐਨੂਅਲੀ ਦਾ ਮਤਲਬ ਕਿ ਹਰੇਕ ਸਾਲ ਜੋ ਇਨਕਰੀਜ਼ ਹੋ ਰਹੀ ਆ, ਕਿਸ ਰੇਟ ਨਾਲ, 25%, ਯਾਨੀ ਕਿ ਹਰ ਸਾਲ ਆ ਜੋ 25% ਵੱਧ ਰਹੀ ਆ। ਇਫ ਐਟ ਦੀ ਐਂਡ ਆਫ 3 ਈਅਰ ਦੀ ਪਾਪੂਲੇਸ਼ਨ ਵਾਸ 10,000। ਹੁਣ ਕਹਿੰਦਾ ਕਿ ਕੋਈ ਸਟਾਰਟਿੰਗ ਦੇ ਵਿੱਚ ਪਾਪੂਲੇਸ਼ਨ ਸੀ, ਉਹ ਹਰ ਸਾਲ ਕੀ ਹੋ ਰਹੀ ਹੈ, 25% ਇਨਕਰੀਜ਼ ਹੋ ਰਹੀ ਆ। ਤੇ ਕਹਿੰਦਾ ਕਿ ਜਦੋਂ ਇਨਕਰੀਮੈਂਟ ਹੋ ਗਿਆ 3 ਸਾਲ ਬਾਅਦ, ਯਾਨੀ ਕਿ ਕਿੰਨੇ ਵਾਰੀ ਇਨਕਰੀਜ਼ ਹੋਊਗੀ, 3 ਵਾਰੀ ਹੋਊਗੀ, ਤਾਂ 3 ਸਾਲ ਬਾਅਦ ਕਹਿੰਦਾ ਜਿਹੜੀ ਪਾਪੂਲੇਸ਼ਨ ਆ ਉਹ 10,000 ਹੋ ਜਾਂਦੀ ਆ। ਤਾਂ ਤੁਸੀਂ ਸਟਾਰਟਿੰਗ ਦੇ ਵਿੱਚ ਦੱਸੋ ਪਾਪੂਲੇਸ਼ਨ ਕਿੰਨੀ ਸੀ। ਹੁਣ ਆਪਾਂ ਲੈਟ ਕਰ ਲੈਨੇ ਆ, ਲੈਟ ਦੀ ਪਾਪੂਲੇਸ਼ਨ ਇਨ ਦੀ ਸਟਾਰਟਿੰਗ ਬਿਗਨਿੰਗ ਦੇ ਵਿੱਚ ਆਪਾਂ ਲੈਟ ਕਰ ਲੈਣੇ ਕਿ x ਸੀ। ਹੁਣ x ਆਪਦੇ ਆਪ ਚ ਕੀ ਹੈ, 100% ਆ, ਯਾਨੀ ਕਿ ਜੋ ਵੀ ਪਾਪੂਲੇਸ਼ਨ ਹੋਊਗੀ, x ਕੀ ਹੈ, ਵੇਰੀਏਬਲ ਆ। ਵੇਰੀਏਬਲ ਦਾ ਮਤਲਬ x ਦੀ ਕੋਈ ਨਾ ਕੋਈ ਵੈਲਿਊ ਤਾਂ ਆਊਗੀ ਹੀ, ਬਟ x ਦੀ ਵੈਲਿਊ ਫਿਕਸ ਤਾਂ ਨਹੀਂ, ਕੋਈ ਵੀ ਵੈਲਿਊ ਆ ਸਕਦੀ ਹੈ। x ਕੀ ਹੈ, ਵੇਰੀਏਬਲ, ਆਪਾਂ ਲੈਟ ਕਰ ਲਏ। ਹੁਣ x ਕੀ ਆਪਦੇ ਆਪ ਚ 100%
यानी कि कोई पापूलेशन सी 100%, इनक्रीमेंट हो गया ਉਹਦੇ ਵਿੱਚ 25% ਦਾ, ਹੁਣ ਕਿੰਨੀ ਹੋ ਗਈ 125% ਆਫ x ਹੋ ਗਈ। ਉਸ ਤੋਂ ਬਾਅਦ ਕਹਿੰਦਾ ਕਿ ਇਹ ਪਾਪੂਲੇਸ਼ਨ ਕੀ ਬਣ ਜੂਗੀ ਜੋ ਇਨਕਰੀਮੈਂਟ ਹੋਣ ਤੋਂ ਬਾਅਦ ਇਹ ਵੀ ਕੀ ਬਣ ਜੂ 100%, ਇਹਦੇ ਵਿੱਚ ਵੀ ਕੀ ਹੋਊਗਾ 25% ਦਾ ਇਨਕਰੀਮੈਂਟ। ਹੁਣ 20 ਇਹ ਦੂਜੇ, ਇਹ ਪਹਿਲੇ ਸਾਲ ਇਨਕਰੀਮੈਂਟ ਹੋਏ, ਇਹ ਦੂਜੇ ਸਾਲ ਵੀ ਇਨਕਰੀਮੈਂਟ ਹੋਣ ਤੋਂ ਬਾਅਦ ਇਹ ਕੀ ਬਣ ਜੂ 100% ਬਣ ਜੂ। ਹੁਣ ਇਹਦੇ ਤੇ ਵੀ ਥਰਡ ਈਅਰ 25% ਦਾ ਕੀ ਹੋਇਆ ਇਨਕਰੀਮੈਂਟ, ਯਾਨੀ ਕਿ ਟੋਟਲ ਇਨਕਰੀਮੈਂਟ ਇਹ ਹੋਇਆ। ਇਨਕਰੀਮੈਂਟ ਹੋਣ ਤੋਂ ਬਾਅਦ ਜੋ ਪਾਪੂਲੇਸ਼ਨ ਆਈ ਆਪਣੀ ਉਹ ਕੀ ਆਈ 10,000 ਆਈ। ਕਿੰਨੀ 10,000। ਯਾਨੀ ਕਿ ਆਪਾਂ ਫਾਈਂਡ ਕੀ ਕਰਨਾ ਹੈ x ਦੀ ਵੈਲਿਊ ਫਾਈਂਡ ਕਰਨੀ। x ਦੀ ਵੈਲਿਊ ਕਿਵੇਂ ਫਾਈਂਡ ਕਰਾਂਗੇ ਦੇਖੋ, ਹੁਣ ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੈ, ਇਹਦੇ ਵਿੱਚ ਅਸਲ ਦੇ ਵਿੱਚ ਹੋ ਕੀ ਰਿਹਾ ਸਕਸੈਸਿਵ ਹੋ ਰਿਹਾ, ਸਕਸੈਸਿਵ ਇਨਕਰੀਮੈਂਟ ਹੋ ਰਿਹਾ। ਸਕਸੈਸਿਵ ਇਨਕਰੀਮੈਂਟ ਦਾ ਮਤਲਬ ਕੀ ਦੇਖੋ, ਜਿਵੇਂ ਕਿ ਆਪਾਂ ਕੰਪਾਊਂਡ ਇੰਟਰਸਟ ਦੇ ਕੇਸ ਦੇ ਵਿੱਚ ਦੇਖਦੇ ਹੁੰਦੇ, ਕੰਪਾਊਂਡ ਇੰਟਰਸਟ ਦੇ ਵਿੱਚ ਕੀ ਹੁੰਦਾ ਹੈ ਕੋਈ ਵਿਆਜ ਤੇ ਵੀ ਵਿਆਜ ਲੱਗਦਾ ਰਹਿੰਦਾ। ਜਿਵੇਂ ਕਿ ਕੋਈ ਚੀਜ਼ ਪਹਿਲਾਂ 100 ਰੁਪਏ ਸੀ, ਉਹਦੇ ਵਿੱਚ 25% ਨਾਲ ਇਨਕਰੀਮੈਂਟ ਹੋ ਗਿਆ, ਯਾਨੀ ਕਿ ਉਹ ਕਿੰਨਾ ਹੋ ਜਾਊਗਾ 125 ਹੋ ਜਾਊਗਾ। ਕਹਿੰਦੇ ਕਿ ਜਿਹੜਾ 125 ਤੋਂ ਬਾਅਦ ਇਨਕਰੀਮੈਂਟ ਲਾ ਲਓ ਫਿਰ 25% ਦਾ ਹੁੰਦਾ ਹੈ, ਉਹ ਜਿਹੜਾ 25% ਦਾ ਇਨਕਰੀਮੈਂਟ ਕਿਹਦੇ ਤੇ ਹੋਊਗਾ 120 ਤੇ ਹੋਊਗਾ, ਨਾ ਕਿ 100 ਤੇ ਹੋਊਗਾ। ਕਲੀਅਰ। ਇਸ ਤੋਂ ਬਾਅਦ ਜੋ ਵੀ ਵੈਲਿਊ ਆਊਗੀ ਉਹ ਹੁਣ ਦੇਖੋ, ਉਸ ਤੋਂ ਬਾਅਦ ਜੋ 25% ਦਾ ਇਨਕਰੀਮੈਂਟ ਹੋਊ ਉਹ ਇਸ ਵੈਲਿਊ ਤੇ ਹੋਊਗਾ, ਨਾ ਕਿ ਇਸ ਤੇ ਇਸ ਤੇ। ਇਹਨੂੰ ਸਕਸੈਸਿਵ ਬੋਲਦੇ ਆ, ਯਾਨੀ ਕਿ ਕਰਮਵਾਰ ਜੋ ਚੇਂਜ ਹੋ ਰਿਹਾ ਉਹਨੂੰ ਆਪਾਂ ਕੀ ਬੋਲਦੇ ਸਕਸੈਸਿਵ ਇਨਕਰੀਮੈਂਟ। ਹੁਣ ਇਹਨੂੰ ਆਪਾਂ ਸੋਲਵ ਕਰਾਂਗੇ। x ਦੀ ਵੈਲਿਊ ਕਿੰਨੀ ਆਊਗੀ 25 ਤੇ ਕੈਨਸਲ ਕਰ ਦਿੰਨੇ 5/4 ਇਦਾਂ ਹੀ 5/4, यानी कि x इज इक्वल टू 10,000 इंटू 4 इंटू 4 अपॉन की होगा 5 इंटू 5 इंटू 5। ਹੁਣ ਇਹਨੂੰ ਆਪਾਂ ਸੋਲਵ ਕਰਨਾ ਹੈ। 5 ਤੇ ਕੈਨਸਲ ਕਰ ਦਿੰਨੇ ਆ 2000, 5 ਤੇ ਫਿਰ ਕੈਨਸਲ ਕਰ ਦਿੰਨੇ ਆ 400, 5 ਤੇ ਫਿਰ ਕੈਨਸਲ ਕਰ ਦੇਣਾ 8, ਯਾਨੀ ਕਿ ਆਪਾਂ ਕੀ ਕਰਨਾ 8 ਨੂੰ ਮਲਟੀਪਲਾਈ ਕਰਨਾ ਹੈ 64 ਨਾਲ। 4 ਦਾ ਕਿਊਬ ਕਿੰਨਾ ਹੁੰਦਾ 64 ਨਾਲ, ਇਹਨੂੰ ਮਲਟੀਪਲਾਈ ਕਰਕੇ ਵੇਖ ਰਹੇ ਨੇ 4 8 ਜਾ 32, 3 ਆਪਣਾ ਰਿਮਾਈਂਡਰ 4 6 ਜਾ 48 और 5 4 8 जा 80 ਨਾਲ ਮਲਟੀਪਲਾਈ ਕਰਨਾ ਆਪਾਂ, ਯਾਨੀ ਕਿ 0 4 8 ਜਾ 32, 3 ਰਿਮਾਈਂਡਰ, ਯਾਨੀ ਕਿ ਆਪਣੇ 3 ਸਾਲ ਪਹਿਲਾਂ ਪਾਪੂਲੇਸ਼ਨ ਕਿੰਨੀ ਸੀ 5120। ਇਹ ਤਾਂ ਇਹਦਾ ਕਨਸੈਪਚੁਅਲ ਵੇ ਸੀ। ਜਦੋਂ ਵੀ ਇਸ ਟਾਈਪ ਦਾ ਕੁਐਸਚਨ ਆ ਜਾਏ ਸਕਸੈਸਿਵ ਇਨਕਰੀਮੈਂਟ ਹੋ ਰਿਹਾ ਹੋਵੇ, ਉਹਨੂੰ ਆਪਾਂ ਸ਼ੋਰਟ ਦੇ ਵਿੱਚ ਕਿਵੇਂ ਕਰਨਾ ਹੈ, ਹੁਣ ਆਪਾਂ ਉਹ ਦੇਖਦੇ ਹਾਂ ਸ਼ੋਰਟ ਦੇ ਵਿੱਚ। ਦੇਖੋ ਇਹਨੂੰ ਆਪਾਂ ਸ਼ੋਰਟ ਦੇ ਵਿੱਚ ਕਿਵੇਂ ਕਰਾਂਗੇ। ਹੁਣ ਕੀ ਹੋ ਰਿਹਾ ਹਰੇਕ ਸਾਲ 25% ਦਾ ਕੀ ਹੋ ਰਿਹਾ ਇਨਕਰੀਮੈਂਟ ਹੋ ਰਿਹਾ। 25% ਦਾ ਮਤਲਬ ਫ੍ਰੈਕਸ਼ਨ ਕੀ ਹੁੰਦੀ ਹੈ 1/4, यानी कि कोई वैल्यू अगर पहला 4 सी, क्योंकि बाई च हमेशा की होंगी अपनी ओरिजिनल वैल्यू होंगी है, बाई च की होंगी ओरिजिनल वैल्यू। कोई वैल्यू अगर पहला 4 सी ओदे च की होया एक दा इनक्रीमेंट हो गया 5 होगी। ये तो फर्स्ट ईयर की गल। दूजे साल भी 25% यानी कि 4 तो 5 हो गया, तीजे साल भी 4 तो 5 हो गया। हुण ये देखो ये की बन गया 5 दा क्यूब, 5 दा क्यूब कितना हो गया 125 यूनिट मान लेने इनू आपां। ये कितना है 65 यूनिट, यानी कि कोई पॉपुलेशन पहला इन्नी सी हुण इन्नी यूनिट इनक्रीज होगी। हुण देखो कितना इनक्रीमेंट असल दे विच जिहड़ा 125 यूनिट आ बराबर किहदे आ 10,000 दे, क्योंकि इनक्रीमेंट होने तो बाद पॉपुलेशन अपनी कितनी है 10,000, यानी कि आप एक यूनिट की वैल्यू कट सकते हैं। एक यूनिट की वैल्यू कितनी होगी 10,000 अपॉन 125। हुण इहनूं आपां सोल्व करांगे कितना आऊगा 80 आऊगा। 80 आऊगा आपां फाइंड की करना है स्टार्टिंग दी पॉपुलेशन। स्टार्टिंग दे विच पॉपुलेशन कितनी आ 64 यूनिट, यानी कि 64 नूं आपां की करांगे 80 नाल मल्टीप्लाई, अपना आंसर कितना आऊगा 5184 जा 32
20 ਜੋ ਕਿ ਆਪਣਾ ਪਹਿਲਾ ਆਨਸਰ ਹੈ। ਜਦੋਂ ਵੀ ਇਸ ਟਾਈਪ ਦਾ ਕੁਐਸਚਨ ਆਵੇ ਇਹਨੂੰ ਆਪਾਂ ਸ਼ੋਰਟ ਦੇ ਵਿੱਚ ਕਿਵੇਂ ਕਰਨਾ ਹੈ, ਇਹ ਕੀ ਹੋ ਰਿਹਾ ਸਕਸੈਸਿਵ ਇਨਕਰੀਮੈਂਟ, ਯਾਨੀ ਕਿ 22 ਚ ਹਮੇਸ਼ਾ ओरिजिनल वैल्यू इसी तरीके नाल 3 साल इंक्रीमेंट होया, फिर मल्टीप्लाई किया, पहला कितनी यूनिट सी 64, लास्ट दे विच कितनी आई 125 यूनिट दी आपां नूं वैल्यू गिवन सी, अपना आंसर की आऊगा 64 यूनिट नूं आपां मल्टीप्लाई कर दांगे 80 नाल, क्योंकि 80 की 1 यूनिट दी वैल्यू अपना आंसर की आऊगा सेम ही आऊगा। नैक्सट टाइप दा क्वेश्चन देखते हैं इहदे विच, एग्जामिनेशन टाइप दा जो क्वेश्चन आउंदा हुंदा इहदे विच। नैक्सट टाइप आ जो एग्जामिनेशन रिलेटेड क्वेश्चन भी आ जाते इहदे विच। एग्जामिनेशन रिलेटेड देखो फर्स्ट क्वेश्चन देखो इहदे विच की कहंदा, इन एन एग्जामिनेशन there were 1000 boys 1000 boys and 800 girls 800 girls, if 60% of the boys and 50% of the girls passed, find the percentage of failed candidates देखो की कहता क्वेश्चन दे विच, कहंदा कि एक एग्जाम होया ओदे विच जो कहंदा कि टोटल बॉयज सी 1000 सी, यानी कि 1000 सी, ते गर्ल्स कितनियां सी 800 गर्ल्स सी। इफ 60% ऑफ द बॉयज एंड 50% ऑफ द गर्ल्स पास्ड, देन फाइंड द परसेंटेज ऑफ द फेल्ड कैंडिडेट। हुण देखो इस टाइप दे क्वेश्चन नूं आपां किवें करांगे, टोटल बॉयज किन्ने आ 1000, इसी तरह टोटल गर्ल्स कितनियां ने 800। हुण क्वेश्चन नूं ध्यान नाल समझना की कहंदा, कहंदा जेकर 60% बॉयज पास ने, हुण बॉयज आपदे आप च की ने 100% ने, अगर 60% पास ने तो फेल्ड किन्ने होणगे 40%, यानी कि जेडे बॉयज की ने फेल्ड ने, फेल्ड ने 1000 दा आपां की फाइंड करांगे 40%, यानी कि 00 नाल 00 कैंसल, यानी कि 1000 दे विचों किन्ने फेल ने 400 फेल ने। आपां फेल ही क्यों कढ रहे हैं, क्योंकि आपां नूं क्वेश्चन दे विच पुछया है जेडे फेल्ड कैंडीडेट ने उन्हां दी तुसीं परसेंटेज दसनी है। ये तो हो गया बॉयज दे बारे। हुण गर्ल्स दे बारे की कहंदा, कहंदा कि टोटल गर्ल्स किन्नियां सी 800, ये आपदे आप च किने 100% ने। हुण कहंदा कि इहदे विचों 50% फेल ने, 100% अगर टोटल आ 50% ਇਹਦਾ ਕੀ ਹੋਊਗਾ ਹਾਫ। ਇਹਨੂੰ ਆਪਾਂ ਦੋ ਤਰੀਕੇ ਨਾਲ ਫਾਈਂਡ ਕਰ ਸਕਦੇ ਹਾਂ, ਜਿਵੇਂ ਕਿ ਗਰਲਸ ਜੋ ਕਿ ਫੇਲਡ ਨੇ, ਕਿਵੇਂ ਫਾਈਂਡ ਕਰ ਸਕਦੇ ਹਾਂ 800 ਦਾ 50%, 00 ਨਾਲ 00 कैंसिल, यानी कि 400। एक आप इदा डायरैक्ट भी देख सकते हैं भी 100% की 800, 50% की होगा 100 का हाफ, यानी कि 800 का भी हाफ की होगा 4। हुण आपां परसेंटेज दसनी है फेल्ड कैंडीडेट की, परसेंटेज दसनी है फेल्ड कैंडीडेट की। बॉयज किन्ने फेल ने 400, गर्ल्स किन्ने फेल ने 400, यानी कि टोटल किन्ने फेल ने 800। हुण किहदे विचों फेल होणगे, 22 च हमेशा की हुंदी है ओरिजिनल वैल्यू। बॉयज किन्ने सी
1000, गर्ल्स किन्ने 800, यानी कि 1800 ਦੇ ਵਿੱਚੋਂ ਫੇਲ ਨੇ। ਆਪਣਾ ਆਨਸਰ ਕੀ ਆਊਗਾ 800 ਬਾਈ 18% ਆਪਣਾ ਕੀ ਆਊਗਾ ਆਨਸਰ ਆਊਗਾ। ਇਹਨੂੰ ਸੋਲਵ ਕਰਕੇ ਕੀ ਆ ਜਾਊਗਾ ਆਪਣਾ ਆਨਸਰ ਆ ਜਾਊਗਾ। ਇਸ ਟਾਈਪ ਦੇ ਕੁਐਸਚਨ ਵੀ ਐਗਜ਼ਾਮ ਦੇ ਵਿੱਚ ਆ ਜਾਂਦੇ ਨੇ। ਇਹ ਸੀ ਪਰਸੈਂਟੇਜ ਦੇ ਵਿੱਚ ਜੋ ਮੋਸਟ ਇੰਪੋਰਟੈਂਟ ਟਾਈਪਸ ਜਿਨ੍ਹਾਂ ਦੇ ਰਿਲੇਟਡ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ, ਚਾਹੇ ਪੋਪੂਲੇਸ਼ਨ ਬੇਸਡ ਹੋਵੇ, ਐਗਜ਼ਾਮੀਨੇਸ਼ਨ ਬੇਸਡ ਹੋਵੇ, ਜਾਂ ਫਿਰ ਆਪਾਂ ਪਹਿਲਾ ਕਲਾਸਿਸ ਦੇ ਵਿੱਚ ਦੇਖਿਆ ਸੀ ਨੰਬਰ ਦੇ ਰਿਲੇਟਡ ਆਉਂਦਾ, ਸੈਲਰੀ ਦੇ ਰਿਲੇਟਡ ਆਉਂਦਾ ਹੁੰਦਾ ਕੁਐਸਚਨ। ਸਾਰੇ ਜੋ ਕਨਸੈਪਟ ਆ ਪਰਸੈਂਟੇਜ ਦੇ ਵਿੱਚ ਆਪਣੇ ਕਵਰ ਨੇ। ਪਰਸੈਂਟੇਜ ਦਾ ਚੈਪਟਰ ਆਪਣਾ ਕੰਪਲੀਟ ਹੈ। ਅਗਰ ਤੁਸੀਂ ਪਰਸੈਂਟੇਜ ਦੇ ਫਸਟ ਸੈਕੰਡ ਪਾਰਟ ਨਹੀਂ ਦੇਖਿਆ, ਕਿਉਂਕਿ ਅਗਰ ਤੁਸੀਂ ਇਹ ਚੰਗੇ ਤਰੀਕੇ ਨਾਲ ਸਮਝਣਾ ਤਾਂ ਤੁਹਾਨੂੰ ਉਹ ਜ਼ਰੂਰ ਦੇਖਣੇ ਪੈਣੇ, ਕਿਉਂਕਿ ਉਹਦੇ ਵਿੱਚ ਆਪਾਂ ਪਰਸੈਂਟੇਜ ਦਾ ਸਾਰਾ ਬੇਸਿਕ ਕਵਰ ਕੀਤਾ ਸੀ। ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ। ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰਨਾ, ਕਿਉਂਕਿ ਜਦੋਂ ਵੀ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਜਾਂ ਕੋਈ ਕਲਾਸਿਸ ਦੇ ਰਿਲੇਟਡ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਇਆ ਕਰੂ। ਅੱਜ ਦੀ ਕਲਾਸ ਲਈ ਇੰਨਾ ਹੀ। ਥੈਂਕ ਯੂ।